ਪਿਆਰੇ ਵਿਦਿਆਰਥੀਓ, ਅੱਜ ਅਸੀਂ ਅਗਲੀ ਕਵਿਤਾ ਕਰਾਂਗੇ ਤਾਜ ਮਹਿਲ, ਜੋ ਕਿ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਿਖੀ ਹੋਈ ਹੈ। ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਂ ਦਸ਼ਾ ਦੇਣ ਵਾਲੇ ਪ੍ਰੋਫੈਸਰ ਮੋਹਨ ਸਿੰਘ ਜੀ ਦਾ ਜਨਮ 20 ਅਕਤੂਬਰ 1905 ਈਸਵੀ ਨੂੰ ਡਾਕਟਰ ਜੋਤ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਭਾਗਵੰਤੀ ਦੀ ਕੁੱਖੋਂ ਪਿੰਡ ਮਰਦਾਨ, ਸੂਬਾ ਸਰਹੰਦ, ਹੁਣ ਪਾਕਿਸਤਾਨ ਵਿੱਚ ਜੋ ਹੈ, ਉੱਥੇ ਹੋਇਆ ਅਤੇ ਉਹਨਾਂ ਦਾ ਜੱਦੀ ਪਿੰਡ ਧਮਿਆਲ ਸੀ। ਆਪ ਜੀ ਨੇ ਮੁਨਸ਼ੀ ਫਾਜ਼ਿਲ ਤੇ MA ਫਾਰਸੀ ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਨੇ ਆਪਣੀਆਂ ਕਹਾਣੀਆਂ ਲਿਖੀਆਂ, ਅਨੁਵਾਦ ਵੀ ਕੀਤਾ ਤੇ ਆਪ ਦੀ ਪ੍ਰਸਿੱਧੀ ਪੰਜਾਬੀ ਦੇ ਕਵੀ ਵਜੋਂ ਹੋਈ। ਆਪ ਜੀ ਦੇ ਮੁੱਖ ਕਾਵਿ ਸੰਗ੍ਰਹਿ ਸਾਵੇ ਪੱਤਰ, ਕਸੁੰਬੜਾ, ਅਦਵਾਟੇ, ਕੱਚ ਸੱਚ, ਵੱਡਾ ਵੇਲਾ, ਆਵਾਜ਼ਾਂ, ਜੰਦਰੇ, ਜੈਮੀਰ, ਬੂਹੇ, ਨਨਕਾਇਣ, ਏਸ਼ੀਆ ਦਾ ਚਾਨਣ ਹਨ। ਤਾਜ ਮਹਿਲ ਕਵਿਤਾ ਕਵੀ ਮੋਹਨ ਸਿੰਘ ਜੀ ਦੀ ਬਹੁਤ ਹੀ ਪ੍ਰਸਿੱਧ ਕਵਿਤਾ ਹੈ। ਇਹ ਕਵਿਤਾ ਮੋਹਨ ਸਿੰਘ ਜੀ ਦੇ ਰੋਮਾਂਟਿਕ ਪ੍ਰਗਤੀਵਾਦੀ ਧਾਰਾ ਦੀ ਪ੍ਰਤੀਨਿਧ ਕਵਿਤਾ ਹੈ। ਕਵਿਤਾ ਦੇ ਪਹਿਲੇ ਭਾਗ ਵਿੱਚ ਕਵੀ ਨੇ ਤਾਜ ਮਹਿਲ ਦੀ ਖੂਬਸੂਰਤੀ ਦਾ ਸੁਹਜਮਈ ਚਿਤਰਨ ਕੀਤਾ ਹੈ। ਚਾਨਣੀ ਰਾਤ ਵਿੱਚ ਪ੍ਰਕਿਰਤੀ ਤਾਜ ਮਹਿਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀ ਹੈ। ਕਿਧਰੇ ਚੰਦ ਦੀਆਂ 16 ਪਤਲੀਆਂ ਰੇਸ਼ਮਾਂ ਦੁੱਧ ਚਿੱਟੀ ਸੰਗਮਰਮਰ ਨੂੰ ਗਲਵਕੜੀ ਪਾਈ ਬੈਠਦੀਆਂ ਹਨ ਤੇ ਕਿਧਰੇ ਬਿਰਛਾਂ ਦੇ ਪਰਛਾਵੇਂ ਘਾਹ ਦੇ 16 ਸੀਨਿਆਂ ਤੇ ਉਂਘ ਰਹੇ ਹਨ ਅਤੇ ਕਿਧਰੇ ਤਾਜ ਮਹਿਲ ਨੂੰ ਹਰਨ ਲਈ ਜਮਨਾ ਨਦੀ ਉਸ ਨੂੰ ਬੁੱਕਲ ਵਿੱਚ ਲੁਕਾਈ ਬੈਠੀ ਹੈ। ਇਸ ਸੁਹਜਮਈ ਸੁੰਦਰਤਾ ਨੂੰ ਕਵਿਤਾ ਵਿਚਲੀ ਮੈਂ ਵੇਖ ਰਹੀ ਹੈ ਅਤੇ ਮੈਂ ਦਾ ਲੂੰ ਮੁਗਲਾਂ ਦੇ ਸੁਹਜ ਸਵਾਦ ਦੀ ਪ੍ਰਸ਼ੰਸਾ ਕਰਦਾ ਹੈ। ਕਵਿਤਾ ਦਾ ਇੱਕਦਮ ਦੂਜਾ ਦ੍ਰਿਸ਼ ਸਾਹਮਣੇ ਆਉਂਦਾ ਹੈ ਤੇ ਸਾਰਾ ਰੋਮਾਂਸ ਚਕਨਾਚੂਰ ਹੋ ਜਾਂਦਾ ਹੈ ਜਦੋਂ ਕਵੀ ਦੇ ਮਨ ਵਿੱਚ ਇਹ ਸੋਚ ਉੱਭਰਦੀ ਹੈ ਕਿ ਕਿਵੇਂ ਗਰੀਬਾਂ ਦਾ ਲਹੂ ਨਿਚੋੜਿਆ ਗਿਆ, ਉਹਨਾਂ ਉੱਤੇ ਜ਼ੁਲਮ ਢਾਏ ਗਏ ਅਤੇ ਜ਼ਬਰਦਸਤੀ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ। ਇਹ ਸੋਚ ਉੱਭਰਦਿਆਂ ਹੀ ਮੈਂ ਦੀ ਰੂਹ ਕੁਰਲਾ ਉੱਠਦੀ ਹੈ ਕਿ ਕਿਵੇਂ ਸਾਮਰਾਜੀ ਤਾਨਾਸ਼ਾਹੀ ਸ਼ਕਤੀਆਂ ਨੇ ਗਰੀਬ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਅਤੇ ਤਾਜ ਦੇ ਸੁਹਜ ਅਤੇ ਖੂਬਸੂਰਤੀ ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਕਿ ਹੁਸਨ ਹੈ ਜਾਂ ਛਲ ਜੋ ਲੱਖਾਂ ਗਰੀਬਾਂ ਦੇ ਹੰਝੂਆਂ ਤੇ ਪਲਿਆ ਹੈ। ਇਸ ਤਰ੍ਹਾਂ ਕਵੀ ਮਾਰਕਸਵਾਦੀ ਵਿਚਾਰਧਾਰਾ ਦੀ ਦ੍ਰਿਸ਼ਟੀ ਤੋਂ ਤਾਜ ਮਹਿਲ ਦੀ ਕਲਾ ਸਾਹਮਣੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਸ ਤਰ੍ਹਾਂ ਇੱਕ ਬਹੁਤ ਵਧੀਆ ਕਵਿਤਾ ਹੈ। ਇਸ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਮਾਰਕਸਵਾਦੀ ਤੇ ਰੋਮਾਂਟਿਕ ਵਿਚਾਰਾਂ ਦਾ ਮਿਸ਼ਰਣ ਹੈ। ਕਵਿਤਾ ਦਾ ਇੱਕ ਭਾਗ ਤਾਜ ਮਹਿਲ ਦੀ ਸੁੰਦਰਤਾ ਤੇ ਦੂਜਾ ਮਜ਼ਦੂਰਾਂ ਦੀ ਸਥਿਤੀ ਨਾਲ ਸੰਬੰਧਿਤ ਹੈ। ਹੁਣ ਅਸੀਂ ਕਵਿਤਾ ਦੀ ਵਿਆਖਿਆ ਕਰਾਂਗੇ। ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਕੱਤ ਕੇ ਬਾਹੀਂ, 16 ਪੱਤੀਆਂ ਚੰਨ ਦੀਆਂ ਰੇਸ਼ਮਾਂ ਸੁੱਤੀਆਂ ਬੇਪਰਵਾਹੀ, ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੁੰਦੇ, ਘਾਹ ਦੇ 16 ਸੀਨਿਆਂ ਉੱਤੇ ਸਵਾਦ ਹੋ ਉਂਘੇ। ਇੱਥੇ ਮਰਮਰਾਂ ਦਾ ਮਤਲਬ ਹੈ ਸੰਗਮਰਮਰ ਦੇ ਪੱਥਰ, 16 ਦਾ ਮਤਲਬ ਹੈ ਨਾਜ਼ੁਕ, ਰੇਸ਼ਮਾਂ ਦਾ ਮਤਲਬ ਹੈ ਕਿਰਨਾਂ, ਉਂਘੇ ਦਾ ਮਤਲਬ ਹੈ ਬੇਹੋਸ਼। ਇਸ ਕਾਵਿ ਟੁਕੜੇ ਵਿੱਚ ਕਵੀ ਕਹਿੰਦਾ ਹੈ ਕਿ ਚਾਨਣੀ ਰਾਤ ਵਿੱਚ ਤਾਜ ਮਹਿਲ ਇਸ ਤਰ੍ਹਾਂ ਦਿਖ ਰਿਹਾ ਸੀ ਜਿਵੇਂ ਦੁੱਧ ਚਿੱਟੀਆਂ ਰੰਗਦਾਰ ਸੰਗਮਰਮਰ ਤੇ ਚੰਨ ਦੀਆਂ ਨਾਜ਼ੁਕ ਪਤਲੀਆਂ ਕਿਰਨਾਂ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ ਹੋਣ। ਇਸ ਸਮੇਂ ਬਿਰਛਾਂ ਤੇ ਬੂਟਿਆਂ ਦੇ ਪਰਛਾਵੇਂ ਵੀ ਇੱਕ ਤਰ੍ਹਾਂ ਦੇ ਨਸ਼ਿਆਂ ਵਿੱਚ ਮਸਤ ਹੋਏ ਘਾਹ ਦੇ ਨਾਜ਼ੁਕ ਸੀਨਿਆਂ ਉੱਤੇ ਆਨੰਦਿਤ ਹੋ ਕੇ ਉਂਘ ਰਹੇ ਹਨ। ਲਗ ਟਾਣਾ ਗਲ ਵੇਲਾਂ ਸੁੱਤੀਆਂ, ਲਗ ਵੇਲਾਂ ਗਲ ਕਲੀਆਂ, ਲਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਵਲੇਵੇ ਵਲੀਆਂ, ਸ਼ਾਂਤ ਸੁੱਤੇ ਜਮੁਨਾ ਦੇ ਕੰਢੇ, ਹਰੇ ਭਰੇ ਅਤੇ ਸਾਵੇ, ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ। ਇੱਥੇ ਗੰਧਾਂ ਦਾ ਸ਼ਬਦ ਮਤਲਬ ਹੈ ਖੁਸ਼ਬੂਆਂ, ਸਾਵੇ ਦਾ ਮਤਲਬ ਹੈ ਹਰੇ, ਨੀਂਦ ਵਿਗੁੱਤੀ ਦਾ ਮਤਲਬ ਹੈ ਨੀਂਦ ਵਿੱਚ ਡੁੱਬੀ ਹੋਈ ਅਤੇ ਕਲਾਵੇ ਦਾ ਮਤਲਬ ਹੈ ਜੱਫੀ। ਸੋ ਇਸ ਕਾਵਿ ਟੁਕੜੇ ਵਿੱਚ ਕਵੀ ਕਹਿੰਦਾ ਹੈ ਕਿ ਚੰਨ ਦੀ ਚਾਨਣੀ ਵਿੱਚ ਪੌਦਿਆਂ ਦੀਆਂ ਟਾਹਣੀਆਂ ਦੇ ਗਲ ਲੱਗ ਕੇ ਵੇਲਾਂ ਜਿਹੜੀਆਂ ਹੈ ਉਹ ਸੁੱਤੀਆਂ ਹੋਈਆਂ ਸਨ ਅਤੇ ਵੇਲਾਂ ਦੇ ਗਲ ਕਲੀਆਂ ਲੱਗੀਆਂ ਹੋਈਆਂ ਸਨ। ਨੀਂਦ ਦੇ ਵਲੇਵਿਆਂ ਵਿੱਚ ਇਹ ਮਸਤ ਹੋਈਆਂ ਖੁਸ਼ਬੂਆਂ ਵਾਲੀਆਂ ਕਲੀਆਂ ਵੇਲਾਂ ਦੇ ਗਲ ਲੱਗ ਕੇ ਸੁੱਤੀਆਂ ਹੋਈਆਂ ਸਨ। ਕਵੀ ਕਹਿੰਦਾ ਹੈ ਕਿ ਇਸ ਸਮੇਂ ਜਮੁਨਾ ਨਦੀ ਦੇ ਸ਼ਾਂਤ ਕੰਢੇ ਉੱਪਰ ਹਰੇ ਭਰੇ ਘਾਹ ਵੀ ਸ਼ਾਂਤੀ ਨਾਲ ਸੁੱਤੇ ਪਏ ਸਨ। ਇਹਨਾਂ ਨੇ ਨੀਂਦਰ ਵਿੱਚ ਗੁਆਚੀ ਪਾਣੀ ਦੀ ਧਾਰਾ ਨੂੰ ਆਪਣੇ ਘਾਹਾਂ ਦੇ ਕਲਾਵੇ ਵਿੱਚ ਲਿਆ ਹੋਇਆ ਸੀ।
ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਐਬਰ ਦੂਰ ਸਾਗਰਾਂ ਵੰਨੀ ਨੱਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੌਰ ਉਸਦੀ ਬੱਜੀ। ਇੱਥੇ ਹਰਨ ਵਾਸਤੇ ਦਾ ਮਤਲਬ ਹੈ ਉਦਾਲਣ ਲਈ, ਵੰਨੀ ਦਾ ਮਤਲਬ ਹੈ ਵੱਲ, ਟੂਣਿਆਂ ਦੇ ਜੰਤਰ ਵਿੱਚ ਦਾ ਮਤਲਬ ਹੈ ਟੂਣਾ ਤੇ ਜੰਤਰ ਦੋਵੇਂ ਜਿਹੜੇ ਜਾਦੂ ਨਾਲ ਸੰਬੰਧਿਤ ਹੈ। ਸੋ ਇਸ ਕਾਵਿ ਟੁਕੜੇ ਵਿੱਚ ਕਵੀ ਮਹਿਲ ਬਾਰੇ ਕਹਿੰਦਾ ਹੈ ਕਿ ਚੰਨ ਦੀ ਚਾਨਣੀ ਰਾਤ ਵਿੱਚ ਜਮਨਾ ਨਦੀ ਦੇ ਸੁੱਤੇ ਹੋ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਜਿਹੜਾ ਹੈ ਉਹ ਸੁੱਤਾ ਪਿਆ ਸੀ। ਇਹ ਦ੍ਰਿਸ਼ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਜਮਨਾ ਨਦੀ ਨੇ ਤਾਜ ਮਹਿਲ ਨੂੰ ਉਧਾਲਣ ਲਈ ਆਪਣੀ ਬੁੱਕਲ ਦੇ ਵਿੱਚ ਲੁਕਾ ਲਿਆ ਹੋਵੇ। ਪਰ ਜਦੋਂ ਜਮਨਾ ਨਦੀ ਤਾਜ ਮਹਿਲ ਨੂੰ ਉਧਾਲ ਕੇ ਸਾਗਰ ਵੱਲ ਜਾਣ ਲੱਗੀ ਸੀ ਤਾਂ ਉਸ ਦੀ ਚਾਲ ਜਿਹੜੀ ਸੀ ਉਹ ਨੀਂਦ ਦੇ ਟੂਣਿਆਂ ਦੇ ਜੰਤਰ ਵਿੱਚ ਵੱਜ ਗਈ ਸੀ। ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਰਾਗਾਂ। ਗੁੰਬਦ ਦਿਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋਹਜ ਸਵਾਦ ਤਰਿਹਾਈਆਂ। ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਸ਼ਾਹ ਜਹਾਨ ਦੇ ਸੋਹਜ ਸਵਾਦ ਨੂੰ ਲੂ ਲੂ ਪਿਆਸ ਲਾਵੇ। ਇੱਥੇ ਚਿਰਾਗਾਂ ਦਾ ਮਤਲਬ ਹੈ ਦੀਵਿਆਂ, ਤਰਿਹਾਈਆਂ ਦਾ ਮਤਲਬ ਹੈ ਪਿਆਸੀਆਂ, ਕਸਬ ਦਾ ਮਤਲਬ ਹੈ ਕੰਮ ਔਰ ਹੈਰਤ ਦਾ ਮਤਲਬ ਹੈ ਹੈਰਾਨੀ। ਇਸ ਕਾਵਿ ਟੁਕੜੇ ਵਿੱਚ ਕਵੀ ਤਾਜ ਮਹਿਲ ਬਾਰੇ ਆਖਦਾ ਹੈ ਕਿ ਚੰਨ ਦੀ ਚਾਨਣੀ ਰਾਤ ਸਮੇਂ ਨੀਂਦ ਵਿੱਚ ਮਸਤ ਜਾਪ ਰਹੇ ਚੁਗਿਰਦੇ ਵਿੱਚ ਕੇਵਲ ਕਵੀ ਹੀ ਜਾਗ ਰਿਹਾ ਸੀ। ਉਸ ਦੀਆਂ ਆਪਣੀਆਂ ਦੋਵੇਂ ਅੱਖਾਂ ਚਿਰਾਗਾਂ ਦੀ ਤਰ੍ਹਾਂ ਜਗ ਰਹੀਆਂ ਹਨ। ਗੁੰਬਦ ਦੇ ਉਭਾਰਾਂ ਉੱਪਰ ਮਸਤ ਹੋਈਆਂ ਕਵੀ ਦੀਆਂ ਨਜ਼ਰਾਂ ਜਿਹੜੀਆਂ ਹੈ ਉਹ ਫਿਰ ਰਹੀਆਂ ਸਨ ਤੇ ਇਸ ਤਰ੍ਹਾਂ ਉਹ ਆਪਣੀ ਸੋਹਜ ਸਵਾਦ ਦੀ ਪਿਆਸ ਬੁਝਾ ਰਹੀਆਂ ਸਨ। ਮੁਗਲਾਂ ਦਾ ਕੰਮ ਤੇ ਹੁਨਰ ਦੇਖ ਕੇ ਉਸਦੀ ਹੈਰਾਨੀ ਜਿਹੜੀ ਸੀ ਉਹ ਵੱਧਦੀ ਜਾ ਰਹੀ ਸੀ ਤੇ ਉਸਦਾ ਲੂੰ ਲੂੰ ਸ਼ਾਹ ਜਹਾਂ ਦੇ ਸੋਹਜ ਸਵਾਦ ਨੂੰ ਸਲਾਹ ਰਿਹਾ ਸੀ। ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੂਕਾਂ ਤੇ ਫਰਿਆਦਾਂ ਜਾਂ ਅੰਬਰ ਨੂੰ ਛੋਇਆ। ਹੜ ਮਜ਼ਦੂਰਨੀਆਂ ਦਾ ਵਗਿਆ ਨਾਲ ਮਜ਼ਦੂਰ ਹਜ਼ਾਰਾਂ, ਚੁੱਕੀ ਕਹੀਆਂ ਦੁਰਮਟ ਤੇਸੇ ਬੱਜੇ ਵਿੱਚ ਵਗਾਰਾਂ। ਇੱਥੇ ਦੁਰਮਟ ਦਾ ਮਤਲਬ ਹੈ ਇੱਕ ਲੋਹੇ ਦਾ ਔਜ਼ਾਰ ਹੈ ਜਿਸ ਦੇ ਨਾਲ ਮਿੱਟੀ ਜਿਹੜੀ ਹੈ, ਮਿੱਟੀ ਦੀ ਤਹਿ ਜਿਹੜੀ ਉਸ ਨੂੰ ਪੱਧਰਾ ਕੀਤਾ ਜਾਂਦਾ ਹੈ। ਇਸ ਕਾਵਿ ਟੁਕੜੇ ਵਿੱਚ ਕਵੀ ਜਿਹੜਾ ਤਾਜ ਮਹਿਲ ਦੇ ਬਾਰੇ ਸੋਚਦਾ ਹੈ ਔਰ ਉਸ ਦੇ ਮਨ ਵਿੱਚ ਇਸ ਦੀ ਸੁੰਦਰਤਾ ਸੰਬੰਧੀ ਵਿਚਾਰ ਆ ਰਹੇ ਸਨ ਤਾਂ ਉਸ ਸਮੇਂ ਉਸ ਦੀ ਕਲਪਨਾ ਵਿੱਚ ਇੱਕ ਗੁਲਾਈਦਾਰ ਗੁੰਬਦ ਦਾ ਆਂਡਾ ਸੀ ਨਾ ਜਿਹੜਾ ਉਹ ਟੁੱਟ ਗਿਆ ਅਤੇ ਉਸ ਵਿੱਚੋਂ ਨਿਕਲੀਆਂ ਕੂਕਾਂ ਅਤੇ ਫਰਿਆਦਾਂ ਆਕਾਸ਼ ਨੂੰ ਛੂਹ ਲੈਂਦੀਆਂ ਹਨ। ਮਤਲਬ ਇਹ ਚੀਕਾਂ ਤਾਜ ਮਹਿਲ ਨੂੰ ਉਸਾਰਨ ਵਾਲੇ ਮਜ਼ਦੂਰ ਅਤੇ ਮਜ਼ਦੂਰਨੀਆਂ ਦੀਆਂ ਸਨ ਜਿਨ੍ਹਾਂ ਨੇ ਕਹੀਆਂ, ਦੁਰਮਟ ਅਤੇ ਤੀਸੇ ਚੁੱਕੇ ਹੋਏ ਸਨ। ਇਹਨਾਂ ਸਾਰੇ ਮਜ਼ਦੂਰਾਂ ਨੂੰ ਬਿਨਾਂ ਮਜ਼ਦੂਰੀ ਦਿੱਤਿਆਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਸੀ। ਦੁੱਧੀਆਂ ਨਾਲ ਪਲਮਦੇ ਬੱਚੇ, ਕੰਮ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਦੇ ਵਿੱਚ ਆਹਾਂ। ਬੋਕਿਆਂ ਵਰਗੇ ਪੇਟ ਉਹਨਾਂ ਦੇ, ਤੁਕਿਆਂ ਵਰਗੇ ਗਾਟੇ, ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਬਿਆਈਆਂ ਪਾਟੇ। ਇਸ ਕਾਵਿ ਟੁਕੜੇ ਵਿੱਚ ਕਵੀ ਤਾਜ ਮਹਿਲ ਬਾਰੇ ਕਹਿੰਦਾ ਹੈ ਕਿ ਉਸਨੇ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀ ਦਰਦਨਾਕ ਝਾਕੀ ਮਹਿਸੂਸ ਕੀਤੀ ਹੈ। ਉਸਨੇ ਮਹਿਸੂਸ ਕੀਤਾ ਕਿ ਉਸ ਸਮੇਂ ਕੰਮ ਕਰ ਰਹੀਆਂ ਮਾਵਾਂ ਦੀਆਂ ਛਾਤੀਆਂ ਦੇ ਨਾਲ ਬੱਚੇ ਪਲਮ ਰਹੇ ਸਨ, ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਝਲਕ ਰਹੇ ਸਨ ਤੇ ਅੰਦਰੋਂ ਹੌਕੇ ਨਿਕਲ ਰਹੇ ਸਨ। ਮਜ਼ਦੂਰਾਂ ਤੇ ਮਜ਼ਦੂਰਨੀਆਂ ਨੂੰ ਭਰਪੇਟ ਖਾਣਾ ਨਹੀਂ ਸੀ ਦਿੱਤਾ ਜਾਂਦਾ ਜਿਸ ਕਰਕੇ ਉਹਨਾਂ ਦੇ ਪੇਟ ਜਿਹੜੇ ਆ ਬੋਕਿਆਂ ਵਰਗੇ ਹੋ ਗਏ ਸਨ ਤੇ ਉਹਨਾਂ ਦੀਆਂ ਧੌਣਾਂ ਜਿਹੜੀਆਂ ਸੀ ਉਹ ਸੁੱਕੇ ਤੁੱਕਿਆਂ ਵਰਗੀਆਂ ਹੋ ਗਈਆਂ ਸਨ। ਉਹਨਾਂ ਦੇ ਹੱਥ ਕੰਮ ਕਰਕੇ ਛਾਲਿਆਂ ਨਾਲ ਭਰੇ ਪਏ ਸਨ ਅਤੇ ਪੈਰਾਂ ਦੀਆਂ ਜਿਹੜੀਆਂ ਅੱਡੀਆਂ ਸਨ ਉਹ ਵੀ ਪਾਟੀਆਂ ਹੋਈਆਂ ਸਨ। ਫਿਰ ਵੀ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਫਾਂਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜ੍ਹੀ ਜਾਣ ਸਲਾਟਾਂ। ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਰਲਾਈ। ਮਾਸੂਮਾਂ ਦਾ ਮਤਲਬ ਜਿਹੜੇ ਵਿਚਾਰੇ ਬੇਦੋਸ਼ ਬੱਚੇ, ਐਂਡ ਸਲਾਟਾਂ ਦਾ ਮਤਲਬ ਹੈ ਲਾਸ਼ਾਂ ਅਤੇ ਕਲਵਲ ਦਾ ਮਤਲਬ ਹੈ ਵਿਆਕੁਲ। ਕਵੀ ਜਿਹੜਾ ਹੈ ਉਹ ਤਾਜ ਮਹਿਲ ਬਾਰੇ ਆਖਦਾ ਹੈ ਕਿ ਜਦੋਂ ਤਾਜ ਮਹਿਲ ਦੀ ਉਸਾਰੀ ਕਰਵਾਉਣ ਲਈ ਲੱਗੇ ਕਰਮਚਾਰੀ ਉਹਨਾਂ ਮਾਸੂਮ ਮਜ਼ਦੂਰਨੀਆਂ ਉੱਤੇ ਰਤਾ ਵੀ ਤਰਸ ਨਹੀਂ ਕਰ ਰਹੇ ਸਨ, ਉਹ
ਉਹਨਾਂ ਮਾਸੂਮਾਂ ਨੂੰ ਛਾਂਟੇ ਮਾਰ ਕੇ ਉਹਨਾਂ ਦੇ ਪਿੰਡਿਆਂ ਉੱਪਰ ਲਾਸ਼ਾਂ ਪਾਈ ਜਾਂਦੇ ਸਨ। ਕਵੀ ਆਖਦਾ ਹੈ ਕਿ ਮਜ਼ਦੂਰਾਂ ਦੀ ਇਸ ਹਾਲਤ ਦੀ ਝਾਕੀ ਨੂੰ ਜਦੋਂ ਮਹਿਸੂਸ ਕਰਦਾ ਹੈ ਤਾਂ ਉਸ ਦੀ ਆਤਮਾ ਜਿਹੜੀ ਹੈ ਉਹ ਕੁਰਲਾ ਉੱਠਦੀ ਹੈ। ਕੀ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ, ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਕਵੀ ਤਾਜ ਮਹਿਲ ਬਾਰੇ ਆਖਦਾ ਹੈ ਕਿ ਜਦੋਂ ਉਸਨੇ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਮਜ਼ਦੂਰਨੀਆਂ ਤੇ ਜ਼ੁਲਮ ਦੀ ਝਾਕੀ ਨੂੰ ਮਹਿਸੂਸ ਕੀਤਾ ਤਾਂ ਪੀੜ ਜਿਹੜੀ ਹੈ ਉਹਦੇ ਨਾਲ ਤੜਫ ਕੇ ਉਸਦੀ ਰੂਹ ਬਹੁਤ ਕੁਰਲਾਉਂਦੀ ਹੋਈ ਪੁਕਾਰ ਉੱਠਦੀ ਹੈ ਕਿ ਉਸ ਵਾਕਈ ਹੀ ਹੁਸਨ ਸੱਚਮੁੱਚ ਦਾ ਹੁਸਨ ਹੈ ਜਾਂ ਧੋਖਾ, ਜੋ ਕਿ ਲੱਖਾਂ ਗਰੀਬ ਕਾਮਿਆਂ ਦੇ ਹੰਝੂਆਂ 'ਤੇ ਪਲਦਾ ਹੈ। ਭਾਵ ਅਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਆਖਿਆ ਜਾ ਸਕਦਾ ਜਿਹੜਾ ਕਿ ਲੱਖਾਂ ਗਰੀਬ ਮਜ਼ਦੂਰਾਂ ਦੇ ਹੌਕਿਆਂ 'ਤੇ ਪਲਦਾ ਹੈ। ਪਿਆਰੇ ਵਿਦਿਆਰਥੀਓ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਵੇਗੀ। ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।